ਮੇਰਾ ਨਾਮ ਪ੍ਰਦੀਪ ਬੰਸਲ, ਸਮਾਜਿਕ ਸਿੱਖਿਆ ਮਾਸਟਰ। ਇਸ ਤੋਂ ਪਹਿਲਾਂ ਵਾਲੀ ਵੀਡੀਓ ਰਾਹੀਂ ਅਸੀਂ ਕਲਾਸ 6ਵੀਂ ਅਤੇ ਕਲਾਸ 7ਵੀਂ ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਰਾਹੀਂ ਕੀਤੇ ਹਨ। ਅੱਜ ਦੀ ਇਸ ਵੀਡੀਓ ਰਾਹੀਂ ਅਸੀਂ ਕਲਾਸ 8ਵੀਂ ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਰਾਹੀਂ ਕਰਾਂਗੇ। ਪਾਠ ਨੰਬਰ 1 ਸਾਧਨ, ਕਿਸਮਾਂ ਅਤੇ ਸਾਂਭ ਸਵਾਲ। ਅੱਜ ਅਸੀਂ ਇਸ ਪਾਠ ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਰਾਹੀਂ ਕਰਾਂਗੇ। ਪਹਿਲਾ ਕੁਐਸਚਨ, ਕੁਦਰਤੀ ਸਾਧਨ ਕਿਹੜੇ-ਕਿਹੜੇ ਹਨ ਅਤੇ ਇਹ ਸਾਨੂੰ ਕੌਣ ਪ੍ਰਦਾਨ ਕਰਦਾ ਹੈ? ਕੁਦਰਤੀ ਸਾਧਨ ਕੁਦਰਤ ਦੁਆਰਾ ਸਾਨੂੰ ਮਨੁੱਖ ਨੂੰ ਪ੍ਰਦਾਨ ਕੀਤੇ ਗਏ ਹਨ, ਜਿਵੇਂ ਕਿ ਜੰਗਲ, ਦਰਿਆ, ਖਣਿਜ ਪਦਾਰਥ, ਸੂਰਜੀ ਸ਼ਕਤੀ, ਸਮੁੰਦਰ ਆਦਿ। ਜੋ ਕੁਝ ਸਾਨੂੰ ਕੁਦਰਤ ਨੇ ਦਿੱਤਾ ਹੈ ਉਹ ਕੁਦਰਤੀ ਸਾਧਨ ਹਨ। ਹਵਾ, ਪਾਣੀ, ਮਿੱਟੀ, ਸਾਡਾ ਆਲਾ ਦੁਆਲਾ, ਜੋ ਕੁਝ ਵੀ ਸਾਡੇ ਹੈ ਸਾਨੂੰ ਸਾਰਾ ਕੁਝ ਕੁਦਰਤ ਨੇ ਹੀ ਦਿੱਤਾ ਹੈ, ਜਿਵੇਂ ਜੰਗਲ, ਦਰਿਆ, ਖਣਿਜ ਪਦਾਰਥ, ਸੂਰਜੀ ਸ਼ਕਤੀ, ਹਵਾ, ਮਿੱਟੀ, ਪਾਣੀ, ਇਹ ਸਾਰੇ ਕੁਦਰਤੀ ਸਾਧਨ ਹਨ। ਸਾਧਨਾਂ ਦੀਆਂ ਕਿਸਮਾਂ ਦੀ ਸੂਚੀ ਬਣਾਓ। ਸਾਧਨ 6 ਪ੍ਰਕਾਰ ਦੇ ਹਨ। ਜੀਵ ਅਤੇ ਨਿਰਜੀਵ ਸਾਧਨ। ਜੀਵ ਭਾਵ ਜਿਨ੍ਹਾਂ ਵਿੱਚ ਜਾਨ ਹੋਵੇ, ਜਿਨ੍ਹਾਂ ਵਿੱਚ ਪੌਦੇ ਅਤੇ ਜੀਵ ਜੰਤੂ ਆ ਜਾਂਦੇ ਹਨ। ਵਿਕਸਤ ਅਤੇ ਸੁਭਾਵਿਕ ਸਾਧਨ। ਮੁੱਕਣਯੋਗ ਅਤੇ ਨਾ ਮੁੱਕਣਯੋਗ ਸਾਧਨ। ਮਿੱਟੀ ਅਤੇ ਭੂਮੀ ਸਾਧਨ। ਸਮੁੰਦਰੀ ਅਤੇ ਖਣਿਜ ਸਾਧਨ। ਮਨੁੱਖੀ ਸਾਧਨ। ਅੰਗਰੇਜ਼ੀ ਮਾਧਿਅਮ ਵਿੱਚ ਪਹਿਲਾ ਹੈ ਵਾਈਟਿਕ ਐਂਡ ਅਵਾਈਟਿਕ ਰਿਸੋਰਸਿਸ, ਡਿਵੈਲਪਡ ਐਂਡ ਪੋਟੈਂਸ਼ੀਅਲ ਰਿਸੋਰਸਿਸ, ਐਗਜ਼ੌਸਟਿਬਲ ਐਂਡ ਇਨਐਗਜ਼ੌਸਟਿਬਲ ਰਿਸੋਰਸਿਸ, ਸੋਇਲ ਐਂਡ ਲੈਂਡ ਰਿਸੋਰਸਿਸ। ਅੱਗੇ ਮੈਰਾਈਨ ਐਂਡ ਮਿਨਰਲ ਰਿਸੋਰਸਿਸ। ਨੰਬਰ 6 ਹਿਊਮਨ ਰਿਸੋਰਸਿਸ। ਇਸ ਤਰ੍ਹਾਂ ਇਹ ਇੰਗਲਿਸ਼ ਮਾਧਿਅਮ ਵਿੱਚ ਹੈ। ਕੁਐਸਚਨ ਨੰਬਰ 3 ਮਿੱਟੀ ਦੀ ਪਰਿਭਾਸ਼ਾ ਦਿਓ। ਡਿਫਾਈਨ ਸੋਇਲ। ਮਿੱਟੀ ਧਰਤੀ ਦੀ ਸਭ ਤੋਂ ਉੱਪਰਲੀ ਛੋਟੀ ਜਿਹੀ ਪਰਤ ਹੈ, ਜਿਹੜੀ ਮੂਲ ਚਟਾਨ ਦੇ ਟੁੱਟਣ ਭੱਜਣ, ਜਲਵਾਯੂ, ਜੀਵਾਂ ਅਤੇ ਰੁੱਖਾਂ ਬੂਟਿਆਂ ਦੇ ਗਲਣ ਸੜਨ ਆਦਿ ਤੱਤਾਂ ਦੇ ਅਸਰ ਕਾਰਨ ਬਣਦੀ ਹੈ। ਅਗਲਾ ਕੁਐਸਚਨ, ਸਮੁੰਦਰਾਂ ਤੋਂ ਸਾਨੂੰ ਕੀ ਕੀ ਪ੍ਰਾਪਤ ਹੁੰਦਾ ਹੈ? ਸਮੁੰਦਰਾਂ ਤੋਂ ਸਾਨੂੰ ਮੱਛੀਆਂ, ਮੋਤੀ, ਘੋਗੇ, ਸਿੱਪੀਆਂ, ਹੀਰੇ, ਜਵਾਹਰਾਤ ਆਦਿ ਪ੍ਰਾਪਤ ਹੁੰਦਾ ਹੈ। ਅਗਲਾ ਕੁਐਸਚਨ, ਸਾਧਨਾਂ ਦੀ ਸਹੀ ਸਾਂਭ ਸੰਭਾਲ ਕਿਵੇਂ ਹੋ ਸਕਦੀ ਹੈ? ਨੰਬਰ 1 ਇਹਨਾਂ ਦਾ ਦੁਰਉਪਯੋਗ ਜਾਂ ਜ਼ਰੂਰਤ ਤੋਂ ਬਿਨਾਂ ਤਬਾਹੀ ਨਾ ਹੋਵੇ, ਭਾਵ ਜਦੋਂ ਇਹਨਾਂ ਦੀ ਜ਼ਰੂਰਤ ਨਾ ਹੋਵੇ ਉਦੋਂ ਇਹਨਾਂ ਦਾ ਦੁਰਉਪਯੋਗ ਨਾ ਕੀਤਾ ਜਾਵੇ। ਜਿਵੇਂ ਪਾਣੀ, ਜੇਕਰ ਪਾਣੀ ਦੀ ਜ਼ਰੂਰਤ ਨਹੀਂ ਹੈ ਤਾਂ ਪਾਣੀ ਨੂੰ ਫਾਲਤੂ ਦਾ ਬਰਬਾਦ ਨਹੀਂ ਕਰਨਾ ਚਾਹੀਦਾ। ਦੁਬਾਰਾ ਵਰਤੇ ਜਾ ਸਕਣ ਵਾਲੇ ਪਦਾਰਥਾਂ ਦੀ ਮੁੜ ਵਰਤੋਂ ਕੀਤੀ ਜਾਵੇ। ਜਿਹੜੇ ਸਾਧਨ ਸਾਨੂੰ ਜਿਵੇਂ ਕਿ ਹਵਾ, ਪਾਣੀ ਵੀ ਅੱਜ ਕੱਲ੍ਹ ਤਾਂ ਇੱਕ ਮੁੱਕਣਯੋਗ ਸਾਧਨ ਹੀ ਬਣਿਆ ਪਿਆ ਹੈ। ਮੁੱਖ ਗੱਲ ਸੂਰਜੀ ਊਰਜਾ ਸਾਨੂੰ ਦੁਬਾਰਾ ਮਿਲਦੀ ਹੈ। ਇਸ ਲਈ ਜਿਸ ਹੋ ਸਕਦਾ ਹੈ ਤਾਂ ਸਾਨੂੰ ਜੋ ਚੀਜ਼ਾਂ ਸੂਰਜੀ ਊਰਜਾ ਰਾਹੀਂ ਚੱਲ ਸਕਦੀਆਂ ਹਨ, ਉਹਨਾਂ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ। ਵਰਤੋਂ ਸੰਬੰਧੀ ਨਿਯਮ ਬਣਾਏ ਜਾਣ, ਕਿਉਂਕਿ ਅੱਜ ਕੱਲ੍ਹ ਮਨੁੱਖ ਹਰੇਕ ਚੀਜ਼ ਦਾ, ਜਿਵੇਂ ਕੋਲਾ, ਪੈਟਰੋਲੀਅਮ ਦੀ ਵਰਤੋਂ ਬਹੁਤ ਜ਼ਿਆਦਾ ਹੋ ਰਹੀ ਹੈ। ਜੇਕਰ ਇਹਨਾਂ ਦੀ ਇਸੇ ਤਰ੍ਹਾਂ ਵਰਤੋਂ ਹੋਈ ਗਈ ਤਾਂ ਇੱਕ ਦਿਨ ਅਜਿਹਾ ਆਵੇਗਾ ਕਿ ਇਹ ਸਾਧਨ ਸਾਡੇ ਕੋਲ ਮੁੱਕ ਜਾਣਗੇ। ਇਸ ਲਈ ਇਹਨਾਂ ਦੀ ਵਰਤੋਂ ਸੰਬੰਧੀ ਵੀ ਚਾਹੀਦਾ ਹੈ ਕਿ ਸਰਕਾਰ ਨੂੰ ਨਿਯਮ ਬਣਾਉਣੇ ਚਾਹੀਦੇ ਹਨ। ਵੱਡੇ ਕੁਐਸਚਨ, ਜੀਵ ਅਤੇ ਨਿਰਜੀਵ ਸਾਧਨਾਂ ਵਿੱਚ ਅੰਤਰ ਸਪਸ਼ਟ ਕਰੋ। ਜੀਵ ਸਾਧਨ ਇਹ ਮੁੱਢਲੇ ਸਾਧਨ ਜਾਨਦਾਰ ਵਸਤਾਂ ਤੋਂ ਉਤਪੰਨ ਹੁੰਦੇ ਹਨ। ਨਿਰਜੀਵ ਸਾਧਨ ਕੁਦਰਤ ਤੋਂ ਮਿਲਣ ਵਾਲੀਆਂ ਨਿਰਜੀਵ ਵਸਤੂਆਂ। ਜੀਵ ਜੰਤੂ ਅਤੇ ਪੌਦੇ ਜੀਵ ਸਾਧਨ ਅਖਵਾਉਂਦੇ ਹਨ। ਸੂਰਜ, ਪਾਣੀ ਆਦਿ ਨਿਰਜੀਵ ਸਾਧਨ ਅਖਵਾਉਂਦੇ ਹਨ। ਕੋਲਾ ਅਤੇ ਤੇਲ ਪਦਾਰਥ ਵੀ ਜੀਵ ਸਾਧਨ ਹਨ। ਜੇਕਰ ਇਹ ਕੁਐਸਚਨ ਆ ਜਾਵੇ ਕਿ ਕੋਲਾ ਅਤੇ ਤੇਲ ਪਦਾਰਥ ਕਿਹੜੇ ਸਾਧਨ ਹਨ, ਜੀਵ ਹਨ ਜਾਂ ਨਿਰਜੀਵ, ਤਾਂ ਕੋਲਾ ਅਤੇ ਤੇਲ ਜੀਵ ਸਾਧਨ ਹਨ, ਕਿਉਂਕਿ ਕੋਲਾ ਅਤੇ ਤੇਲ ਜੀਵ ਜੰਤੂਆਂ ਦੇ ਗਲਣ ਸੜਨ ਨਾਲ ਲੱਖਾਂ ਕਰੋੜਾਂ ਸਾਲਾਂ ਬਾਅਦ ਬਣਦੇ ਹਨ। ਖਣਿਜ ਪਦਾਰਥ ਵੀ ਨਿਰਜੀਵ ਸਾਧਨ ਹਨ। ਜੋ ਖਣਿਜ ਪਦਾਰਥ ਨੇ, ਜਿਵੇਂ ਕਿ ਸੋਨਾ,
ਚਾਂਦੀ, ਲੋਹਾ, ਇਹ ਸਾਰੇ ਸਾਡੇ ਨਿਰਜੀਵ ਸਾਧਨ ਹਨ। ਭੂਮੀ ਅਤੇ ਮਿੱਟੀ ਸਾਧਨਾਂ ਦੀ ਮਹੱਤਤਾ 'ਤੇ ਇੱਕ ਸੰਖੇਪ ਨੋਟ ਲਿਖੋ। ਭੂਮੀ ਸਾਧਨ। ਭੂਮੀ ਸਾਧਨ ਦੀ ਵਰਤੋਂ ਮਨੁੱਖ ਦੁਆਰਾ ਖੇਤੀਬਾੜੀ ਕਰਨ, ਉਦਯੋਗ ਲਗਾਉਣ, ਆਵਾਜਾਈ ਦੇ ਸਾਧਨ ਵਿਕਸਿਤ ਕਰਨ, ਖੇਡਾਂ ਖੇਡਣ, ਸੈਰ ਸਪਾਟੇ ਆਦਿ ਕੰਮਾਂ ਵਿੱਚ ਕੀਤੀ ਜਾਂਦੀ ਹੈ। ਮਿੱਟੀ ਸਾਧਨ ਇਹ ਪੌਦਿਆਂ ਅਤੇ ਫਸਲਾਂ ਦੇ ਉੱਗਣ ਵਿੱਚ ਅਹਿਮ ਰੋਲ ਅਦਾ ਕਰਦੀ ਹੈ। ਪੌਦੇ ਅਤੇ ਫਸਲਾਂ ਮਨੁੱਖ ਦੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਬਨਸਪਤੀ ਤੋਂ ਬਿਨਾਂ ਮਨੁੱਖ ਦਾ ਜੀਵਨ ਲਗਭਗ ਅਸੰਭਵ ਹੈ। ਖਣਿਜ ਪਦਾਰਥ ਸਾਨੂੰ ਕਿੱਥੋਂ ਪ੍ਰਾਪਤ ਹੁੰਦੇ ਹਨ? ਇਹਨਾਂ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ? ਜੋ ਖਣਿਜ ਪਦਾਰਥ ਨੇ ਇਹ ਧਰਤੀ ਵਿੱਚੋਂ ਅਲੱਗ-ਅਲੱਗ ਪ੍ਰਕਾਰ ਦੀਆਂ ਚੱਟਾਨਾਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ। ਇਹ ਬੁਨਿਆਦੀ ਤੌਰ 'ਤੇ ਦੋ ਤਰ੍ਹਾਂ ਦੇ ਹੁੰਦੇ ਹਨ: ਧਾਤੂ ਅਤੇ ਅਧਾਤੂ। ਧਾਤੂ ਲੋਹਾ, ਚਾਂਦੀ, ਤਾਂਬਾ, ਸੋਨਾ ਆਦਿ। ਅਧਾਤੂ ਪੈਟਰੋਲੀਅਮ, ਕੋਲਾ, ਅਬਰਕ ਆਦਿ। ਜੇਕਰ ਇਹ ਕੁਐਸਚਨ ਆ ਜਾਵੇ ਕਿ ਪੈਟਰੋਲੀਅਮ ਕੀ ਹੈ, ਧਾਤੂ ਹੈ ਜਾਂ ਅਧਾਤੂ ਹੈ, ਤਾਂ ਪੈਟਰੋਲੀਅਮ, ਕੋਲਾ ਅਤੇ ਅਬਰਕ ਸਾਰਾ ਇਹ ਅਧਾਤੂ ਹਨ। ਇਹਨਾਂ ਦੀ ਵਰਤੋਂ ਵੱਖ-ਵੱਖ ਉਦਯੋਗਾਂ ਵਿੱਚ ਕੀਤੀ ਜਾਂਦੀ ਹੈ। ਵਿਕਸਿਤ ਅਤੇ ਸੁਭਾਵਿਕ ਸਾਧਨਾਂ ਨੂੰ ਉਦਾਹਰਨ ਸਹਿਤ ਸਮਝਾਓ। ਜਿਹੜੇ ਸਾਧਨ ਕਿਸੇ ਲਾਭਦਾਇਕ ਆਰਥਿਕ ਮਕਸਦ ਵਾਸਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਵਿਕਸਿਤ ਸਾਧਨ ਕਿਹਾ ਜਾਂਦਾ ਹੈ, ਜਿਵੇਂ ਸੋਨਾ, ਚਾਂਦੀ, ਕੋਲਾ ਅਤੇ ਪੈਟਰੋਲੀਅਮ। ਜੰਗਲ, ਪਾਣੀ, ਸੂਰਜੀ ਸ਼ਕਤੀ। ਸੁਭਾਵਿਕ ਸਾਧਨ ਜਿਹੜੇ ਸਾਧਨ ਮੌਜੂਦ ਤਾਂ ਹਨ ਪਰ ਉਹਨਾਂ ਦੀ ਕੋਈ ਵਰਤੋਂ ਨਹੀਂ ਹੁੰਦੀ, ਉਹਨਾਂ ਨੂੰ ਸੁਭਾਵਿਕ ਸਾਧਨ ਕਹਿੰਦੇ ਹਨ। ਜਿਵੇਂ ਧਰਤੀ ਦੇ ਹੇਠਾਂ ਦੱਬਿਆ ਹੋਇਆ ਕੋਲਾ ਇੱਕ ਸੁਭਾਵਿਕ ਸਾਧਨ ਹੈ। ਜਦੋਂ ਕੋਲਾ ਵਰਤਿਆ ਜਾਣ ਲੱਗ ਜਾਂਦਾ ਹੈ ਤਾਂ ਕੋਲਾ ਇੱਕ ਵਿਕਸਿਤ ਸਾਧਨ ਬਣ ਜਾਂਦਾ ਹੈ। ਕਹਿਣ ਦਾ ਭਾਵ ਸਾਡੇ ਆਲੇ ਦੁਆਲੇ ਬਹੁਤ ਕੁਝ ਪਿਆ ਹੈ: ਹਵਾ, ਪਾਣੀ, ਮਿੱਟੀ। ਜਦ ਤੱਕ ਮਨੁੱਖ ਨੂੰ ਇਸ ਦੀ ਵਰਤੋਂ ਬਾਰੇ ਜਾਣਕਾਰੀ ਨਹੀਂ ਸੀ ਤਦ ਤੱਕ ਇਹ ਇੱਕ ਸੁਭਾਵਿਕ ਸਾਧਨ ਸਨ। ਭਾਵ ਇਹਨਾਂ ਵਿੱਚ ਕੁਝ ਹੋਰ ਕਰਨ ਦੀ, ਕੋਈ ਹੋਰ ਇਹਨਾਂ ਦੀ ਵਰਤੋਂ ਕਿਤੇ ਕਰਨ ਦੀ ਇੱਕ ਸੰਭਾਵਨਾ ਤਾਂ ਸੀ, ਪਰ ਮਨੁੱਖ ਦੇ ਕੋਲ ਗਿਆਨ ਦੀ ਘਾਟ ਸੀ। ਪਰ ਜਦੋਂ ਮਨੁੱਖ ਨੇ ਹੌਲੀ ਹੌਲੀ ਇਹਨਾਂ ਸਾਧਨਾਂ ਦੀ ਵਰਤੋਂ ਕਰਕੇ ਆਪਣੇ ਜ਼ਿੰਦਗੀ ਦੇ ਵਿੱਚ ਲਾਭਦਾਇਕ ਬਣਾਇਆ ਤਾਂ ਉਹ ਵਿਕਸਿਤ ਸਾਧਨ ਬਣ ਗਏ। ਜਿਵੇਂ ਸਾਡੇ ਆਲੇ ਦੁਆਲੇ ਹਵਾ ਚੱਲ ਰਹੀ ਹੈ, ਮਨੁੱਖ ਨੇ ਪੌਣ ਚੱਕੀਆਂ ਦੁਆਰਾ ਬਿਜਲੀ ਪੈਦਾ ਕੀਤੀ। ਸਾਡੇ ਆਲੇ ਦੁਆਲੇ ਸਾਡੇ ਪਹਾੜਾਂ ਦੇ ਵਿੱਚੋਂ ਪਾਣੀ ਨਿਕਲਦਾ ਹੈ। ਤੁਸੀਂ ਚਿੱਤਰ ਦੇ ਵਿੱਚ ਦੇਖ ਸਕਦੇ ਹੋ ਕਿ ਚਿੱਤਰ ਰਾਹੀਂ ਦੇਖ ਸਕਦੇ ਕਿ ਇੱਧਰ ਪਹਾੜਾਂ ਦੇ ਵਿੱਚੋਂ ਪਾਣੀ ਨਿਕਲ ਰਿਹਾ ਹੈ। ਇੱਕ ਹੋ ਸਕਦਾ ਸੰਭਾਵਨਾ ਹੈ ਇਹ ਪਾਣੀ ਖੇਤੀਬਾੜੀ, ਬਿਜਲੀ ਪੈਦਾ ਕਰਨ ਦੇ ਕੰਮ ਆ ਸਕੇ, ਪਰ ਹਜੇ ਤੱਕ ਬਿਲਕੁਲ ਇਹ ਇੱਦਾਂ ਹੀ ਵਗ ਰਿਹਾ ਹੈ। ਉਦੋਂ ਤੱਕ ਤਾਂ ਇਹ ਸੁਭਾਵਿਕ ਸਾਧਨ ਹੈ, ਪਰ ਇੱਥੇ ਡੈਮ ਬਣਾ ਕੇ ਇਸ ਪਾਣੀ ਨੂੰ ਡੈਮ ਦੇ ਰਾਹੀਂ ਇਕੱਠਾ ਕਰਕੇ ਬਿਜਲੀ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਹੈ। ਜਦੋਂ ਇਸ ਤੋਂ ਬਿਜਲੀ ਪੈਦਾ ਸ਼ੁਰੂ ਕਰ ਦਿੱਤੀ ਹੈ ਤਾਂ ਇਹ ਸੰਭਾਵਿਤ ਸਾਧਨ ਤੋਂ ਵਿਕਸਿਤ ਸਾਧਨ ਬਣ ਗਿਆ। ਮੁੱਕਣਯੋਗ ਸਾਧਨਾਂ ਦੀ ਵਰਤੋਂ ਸਾਨੂੰ ਸਮਝਦਾਰੀ ਨਾਲ ਕਿਉਂ ਕਰਨੀ ਚਾਹੀਦੀ ਹੈ? ਮੁੱਕਣਯੋਗ ਸਾਧਨਾਂ ਦੀ ਲਗਾਤਾਰ ਅਤੇ ਜ਼ਿਆਦਾ ਵਰਤੋਂ ਕਰਕੇ ਇੱਕ ਸਮਾਂ ਅਜਿਹਾ ਆਵੇਗਾ ਜਦੋਂ ਸਾਡੇ ਕੋਲ ਇਹਨਾਂ ਪਦਾਰਥਾਂ ਦੀ ਕਮੀ ਜਾਂ ਅਣਹੋਂਦ ਹੋ ਜਾਵੇਗੀ। ਇਸ ਲਈ ਸਾਨੂੰ ਮੁੱਕਣਯੋਗ ਸਾਧਨਾਂ ਦੀ ਬਹੁਤ ਹੀ ਸਮਝਦਾਰੀ ਅਤੇ ਸੰਕੋਚ ਨਾਲ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਜੇਕਰ ਅਸੀਂ ਇੱਦਾਂ ਹੀ ਐਵੇਂ ਹੀ ਇਹਨਾਂ ਦੀ ਵਰਤੋਂ ਕਰਦੇ ਗਏ ਤਾਂ ਇੱਕ ਦਿਨ ਅਜਿਹਾ ਆਵੇਗਾ ਕਿ ਸਾਧਨ ਖਤਮ ਹੋ ਜਾਣਗੇ। ਜਿਵੇਂ ਕੋਲਾ, ਪੈਟਰੋਲੀਅਮ। ਜੇਕਰ ਜਿਸ ਤਰ੍ਹਾਂ ਅਸੀਂ ਬਿਨਾਂ ਲੋੜ ਤੋਂ ਹੀ, ਅਸੀਂ ਬਿਨਾਂ ਕਿਸੇ ਕੰਮ ਤੋਂ ਹੀ ਇਹਨਾਂ ਦਾ ਦੁਰਉਪਯੋਗ ਕਰ ਰਹੇ ਹਾਂ ਤਾਂ ਇੱਕ ਦਿਨ ਅਜਿਹਾ ਆਵੇਗਾ ਕਿ ਇਹ ਸਾਧਨ ਸਾਡੇ ਕੋਲ ਖਤਮ ਹੋ ਜਾਣਗੇ। ਕਿਉਂਕਿ ਜੇਕਰ ਅਸੀਂ ਕੋਲਾ ਅਤੇ ਪੈਟਰੋਲੀਅਮ ਦੀ ਉਦਾਹਰਨ ਲਈਏ ਤਾਂ ਕੋਲਾ ਅਤੇ ਪੈਟਰੋਲੀਅਮ ਜੀਵ ਜੰਤੂਆਂ ਦੇ ਗਲਣ ਸੜਨ ਨਾਲ ਲੱਖਾਂ ਕਰੋੜਾਂ ਸਾਲਾਂ ਬਾਅਦ ਬਣਦੇ ਹਨ, ਕਿਉਂਕਿ ਇਹਨਾਂ ਨੂੰ ਬਣਨ ਦੇ ਵਿੱਚ ਲੱਖਾਂ ਕਰੋੜਾਂ ਸਾਲ ਲੱਗ ਜਾਂਦੇ ਹਨ। ਪਰ ਮਨੁੱਖ 1 ਮਿੰਟ 2 ਸਕਿੰਟਾਂ ਦੇ ਵਿੱਚ ਹੀ ਇਹਨਾਂ ਦੀ ਇੰਨੀ ਬਰਬਾਦੀ ਕਰ ਦਿੰਦਾ ਹੈ ਕਿ ਇਹਨਾਂ ਦਾ ਦੁਬਾਰਾ ਹੋਂਦ ਵਿੱਚ ਆਉਣ ਵਿੱਚ ਬਹੁਤ ਸਮਾਂ ਲੱਗ ਜਾਂਦਾ ਹੈ। ਜੇਕਰ ਮਨੁੱਖ ਇਸ ਤਰ੍ਹਾਂ ਹੀ ਇਹਨਾਂ ਦੀ ਬਰਬਾਦੀ ਕਰਦਾ ਗਿਆ ਤਾਂ ਇੱਕ ਦਿਨ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਬਹੁਤ ਜ਼ਿਆਦਾ ਔਖਾ ਹੋ ਜਾਵੇਗਾ। ਇਸ ਲਈ ਜ਼ਰੂਰੀ ਹੈ ਕਿ ਇਹਨਾਂ ਦੀ ਵਰਤੋਂ ਸਮਝਦਾਰੀ ਅਤੇ ਸੰਕੋਚ ਨਾਲ ਕਰਨੀ ਚਾਹੀਦੀ ਹੈ।
ਅੱਜ ਦੀ ਇਸ ਵੀਡੀਓ ਦੇ ਰਾਹੀਂ ਅਸੀਂ ਪਾਠ ਨੰਬਰ 1 ਦੇ ਕੁਐਸਚਨ ਆਨਸਰ ਕੀਤੇ। ਜੇਕਰ ਆਪ ਜੀ ਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਇਸ ਤੋਂ ਅਗਲੀ ਵੀਡੀਓ ਵਿੱਚ ਅਸੀਂ ਸ਼੍ਰੇਣੀ 8ਵੀਂ ਪਾਠ ਨੰਬਰ 2 ਦੇ ਕੁਐਸਚਨ ਆਨਸਰ ਕਰਾਂਗੇ। ਧੰਨਵਾਦ।